स्टूडेंट्स एम सुखविंदर कौर फ्रॉम डिपार्टमेंट ऑफ इकोनॉमिक्स UGDST कॉलेज हरियाणा हुशियारपुर। अज दा टॉपिक साडा हैगा फैक्टर्स जिहड़े इलास्टिसिटी ऑफ डिमांड नूं इफैक्ट करदे आ ते दूसरा टॉपिक जिहड़ा असीं करना हैगा इनकम इलास्टिसिटी ऑफ डिमांड। सब तो पहले तो इलास्टिसिटी ऑफ डिमांड नूं जो फैक्टर्स इफैक्ट करदे आ ओह किहड़े-किहड़े आ। इलास्टिसिटी ऑफ डिमांड की सी परसेंटेज चेंज इन क्वांटिटी डिमांडेड ड्यू टू परसेंटेज चेंज इन प्राइस कि प्राइस ਦੇ ਵਿੱਚ ਕਿੰਨੇ ਪਰਸੈਂਟ ਚੇਂਜ ਆਉਣ ਦੇ ਨਾਲ ਡਿਮਾਂਡ ਦੇ ਵਿੱਚ ਕਿੰਨੇ ਪਰਸੈਂਟ ਚੇਂਜ ਆਉਂਦੀ ਹੈ, ਇਹ ਹੁੰਦੀ ਤੁਹਾਡੀ ਪ੍ਰਾਈਸ ਇਲਾਸਟਿਸਿਟੀ। ਔਰ ਪ੍ਰਾਈਸ ਇਲਾਸਟਿਸਿਟੀ ਦਾ ਫਾਰਮੂਲਾ ਵੀ ਆਪਾਂ ਕੀਤਾ ਸੀਗਾ, ਸਟਾਰਟਿੰਗ ਤੇ ਨੈਗੇਟਿਵ ਦਾ ਸਾਈਨ ਆਏਗਾ, ਮਾਈਨਸ ਦਾ ਸਾਈਨ ਆਏਗਾ ਨੈਗੇਟਿਵ, ਕਿਉਂਕਿ ਨੈਗੇਟਿਵ ਰਿਲੇਸ਼ਨਸ਼ਿਪ ਹੁੰਦਾ ਡਿਮਾਂਡ ਤੇ ਪ੍ਰਾਈਸ ਦਾ। ਉਸ ਤੋਂ ਬਾਅਦ ਡੈਲਟਾ ਵਾਈ ਓਵਰ ਡੈਲਟਾ ਕਿਊ ਓਵਰ ਡੈਲਟਾ ਪੀ ਇੰਟੂ ਪੀ ਓਵਰ ਕਿਊ। ਡੈਲਟਾ Q means quantity demanded over delta means change in quantity demanded over delta P change in price into price जो previous price into quantity जो हैगी सी है ना। उस तो बाद हुण इहनूं जिहड़ी इलास्टिसिटी ऑफ डिमांड है इहनूं किहड़े-किहड़े फैक्टर्स इफैक्ट करते हैं। सब तो पहला नेचर की है कमोडिटी दी, क्योंकि सानूं पता कमोडिटीज़ जे तां वो नसैसिटी हो सकती है साडी, जां फिर साडे कंफर्ट दियां साडियां लग्जरी गुड्स हो सकदियां हैं, ठीक है, ਜਾਂ ਫਿਰ ਸਾਡੀਆਂ ਕੰਫਰਟ ਦੀਆਂ ਗੁੱਡਸ ਹੋ ਸਕਦੀਆਂ ਹੈ। ਤਿੰਨ ਤਰ੍ਹਾਂ ਦੀਆਂ ਗੁੱਡਸ ਹੋਣਗੀਆਂ। ਸਭ ਤੋਂ ਪਹਿਲਾਂ ਤਾਂ ਜੇ ਨਸੈਸਿਟੀ ਆ, ਲਾਈਕ ਜਿਹਦੇ ਵਿੱਚ ਆਪਾਂ ਨਸੈਸਿਟੀ ਦੇ ਵਿੱਚ ਆਪਾਂ ਮਾਚਿਸ ਗਿਣਦੇ ਹਾਂ, ਨਮਕ ਗਿਣਦੇ ਹਾਂ, ਹੈ ਨਾ। ਇਹ ਜਿਹੜੀਆਂ ਚੀਜ਼ਾਂ ਸਾਡੀਆਂ ਨਸੈਸਿਟੀਜ਼ ਹੁੰਦੀਆਂ, ਜਿਹੜੀਆਂ ਸਾਡੇ ਲਈ ਬਹੁਤ ਜ਼ਰੂਰੀ ਹੁੰਦੀਆਂ, ਇਹਨਾਂ ਦੀ ਜਿਹੜੀ ਇਲਾਸਟਿਸਿਟੀ ਆ ਉਹ ਘੱਟ ਹੁੰਦੀ ਆ। ਇਲਾਸਟਿਸਿਟੀ ਘੱਟ ਹੋਣ ਦਾ ਮਤਲਬ ਕੀ ਕਿ ਪ੍ਰਾਈਸ 'ਚ ਜਿੰਨੀ ਮਰਜ਼ੀ ਚੇਂਜ ਆਈ ਜਾਵੇ ਇਹਨਾਂ ਦੀ ਡਿਮਾਂਡ ਦੇ ਉੱਤੇ ਬਹੁਤਾ ਜ਼ਿਆਦਾ ਇਫੈਕਟ ਨਹੀਂ ਪੈਂਦਾ। ਅਦਰਵਾਈਜ਼ ਹੁੰਦਾ ਕੀ ਹੈ ਕਿ ਜਦੋਂ ਪ੍ਰਾਈਸ ਵੱਧਦਾ ਡਿਮਾਂਡ ਘੱਟ ਜਾਂਦੀ, ਜਦੋਂ ਪ੍ਰਾਈਸ ਘੱਟਦਾ ਡਿਮਾਂਡ ਵੱਧ ਜਾਂਦੀ ਹੈ। ਪਰ ਜੇ ਨਸੈਸਿਟੀ ਆ, ਉਹ ਨਸੈਸਿਟੀ ਗੁੱਡਸ ਹੈਗੀਆਂ, ਦੈਨ ਇਸ ਤਰ੍ਹਾਂ ਨਹੀਂ ਹੋਏਗਾ। ਦੂਸਰਾ ਕੰਫਰਟ ਦੇ ਵਿੱਚ ਜਾਂ ਲਗਜ਼ਰੀ ਗੁੱਡਸ ਦੇ ਵਿੱਚ ਇਹ ਹੁੰਦਾ ਕਿ ਇਲਾਸਟਿਸਿਟੀ ਆਫ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਆ। ਪ੍ਰਾਈਸ ਦੇ ਵਿੱਚ ਥੋੜ੍ਹੀ ਜਿਹੀ ਚੇਂਜ ਉਹਨਾਂ ਨੂੰ ਬਹੁਤ ਜ਼ਿਆਦਾ, ਉਹਨਾਂ ਦੀ ਡਿਮਾਂਡ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ। ਈਵਨ ਪਰਸੈਂਟੇਜ ਜਿਹੜੀ ਚੇਂਜ ਦੀ ਉਹ ਵੀ ਬਹੁਤ ਜ਼ਿਆਦਾ ਹੁੰਦੀ ਆ ਇਨ ਕੇਸ ਆਫ ਲਗਜ਼ਰੀ ਗੁੱਡਸ। ਉਸ ਤੋਂ ਬਾਅਦ ਅਵੇਲੇਬਿਲਿਟੀ ਆਫ ਦੀ ਸਬਸਟੀਚਿਊਟ। ਜੇ ਤੁਹਾਡੇ ਸਬਸਟੀਚਿਊਟਸ ਅਵੇਲੇਬਲ ਆ, ਲਾਈਕ ਟੀ ਐਂਡ ਕੌਫੀ ਹੈਗੇ ਆ, ਜਾਂ ਕੋਈ ਇੱਕ ਪ੍ਰੋਡਕਟ ਦਾ ਜੂਸ ਹੈਗਾ ਆ, ਅਤੇ ਉਹ ਤੁਹਾਡੇ ਕੋਲ ਉਹਦੇ ਸਬਸਟੀਚਿਊਟ ਹੈਗੇ ਆ, ਦੈਨ ਜਿਹੜੀ ਉਹਨਾਂ ਦੀ ਡਿਮਾਂਡ ਆ ਉਹ ਇਨਇਲਾਸਟਿਕ ਹੋਏਗੀ, ਇਲਾਸਟਿਸਿਟੀ ਘੱਟ ਹੋਏਗੀ। ਉਸ ਤੋਂ ਬਾਅਦ ਗੁੱਡਸ ਵਿਦ ਡਿਫਰੈਂਟ ਯੂਜ਼। ਜੇ ਉਹਨਾਂ ਦੇ ਗੁੱਡਸ ਦੇ ਬਹੁਤ ਸਾਰੇ ਯੂਜ਼ ਹੈਗੇ ਆ, ਮੀਨਸ ਮੋਰ ਦੈਨ ਵਨ ਯੂਜ਼, ਲਾਈਕ ਤੁਸੀਂ ਕਹਿ ਲਓ ਕਿ ਬਿਜਲੀ ਹੈ, ਉਹਦਾ ਬੱਲਬ ਵੀ, ਹੀਟਰ ਵੀ, ਪ੍ਰੈਸ ਵੀ, ਕਮਰਾ ਗਰਮ ਕਰਨ ਲਈ ਤੁਸੀਂ ਕਿਤੇ ਹੀ ਵਰਤ ਸਕਦੇ ਹੋ। ਪਰ ਜਦੋਂ ਪ੍ਰਾਈਸ ਜ਼ਿਆਦਾ ਹੋ ਜਾਏਗਾ ਅਸੀਂ ਉਹਦਾ ਸਿਰਫ ਉਹੀ ਯੂਜ਼ ਕਰਾਂਗੇ ਜਿੱਥੇ ਉਹ ਜ਼ਰੂਰੀ ਹੈ। ਇਸ ਲਈ ਉਸ ਕੇਸ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਪ੍ਰਾਈਸ ਵਧਣ ਦੇ ਉੱਤੇ ਉਹਨਾਂ ਦੀ ਡਿਮਾਂਡ ਘੱਟ ਜਾਂਦੀ। ਇਸ ਮੀਨਸ ਉੱਥੇ ਵੀ ਜਿਹੜੀ ਡਿਮਾਂਡ ਆ ਉਹ ਇਲਾਸਟਿਕ ਹੁੰਦੀ ਹੈ। ਪੋਸਟਪੋਨਮੈਂਟ ਆਫ ਦੀ ਯੂਜ਼। ਬਹੁਤ ਸਾਰੇ ਯੂਜ਼ ਇਸ ਤਰ੍ਹਾਂ ਦੇ ਹੁੰਦੇ ਜਿਹਨਾਂ ਨੂੰ ਆਪਾਂ ਪੋਸਟਪੋਨ ਕਰ ਸਕਦੇ ਹਾਂ ਫਿਊਚਰ ਲਈ। ਲਾਈਕ ਜੇ ਆਪਾਂ ਕੋਈ ਕੰਸਟਰਕਸ਼ਨ ਦਾ ਕੰਮ ਕਰਦੇ ਹਾਂ, ਜੇ ਰੇਤਾ, ਸੀਮੈਂਟ, ਬਜਰੀ ਉਹ ਮਹਿੰਗਾ ਹੋ ਜਾਂਦਾ, ਦੈਨ ਉਹ ਆਪਾਂ ਪੋਸਟਪੋਨ ਕਰ ਸਕਦੇ ਹਾਂ। ਇਸ ਲਈ ਜਿਹੜੀ ਉਹਨਾਂ ਦੀ ਡਿਮਾਂਡ ਆ ਉਹ ਵੀ ਕੀ ਹੋਏਗੀ ਤੁਹਾਡੀ ਇਲਾਸਟਿਕ। ਇਨਕਮ ਆਫ ਦੀ ਕੰਜ਼ਿਊਮਰ ਦੀ ਇਨਕਮ ਜੇ ਘੱਟ ਜਾਂ ਵੱਧ ਹੁੰਦੀ ਆ ਤਾਂ ਵਸਤੂਆਂ ਦੇ ਮੰਗੀ ਜਾਣ ਵਾਲੀ ਜਿਹੜੀ ਤੁਹਾਡੀ ਮੰਗ ਆ, ਉਹਨਾਂ ਰਾਹੀਂ ਮੰਗੀ ਜਾਣ ਵਾਲੀਆਂ ਵਸਤੂਆਂ ਦੀ ਮੰਗ ਆਮ ਤੌਰ 'ਤੇ ਇਨਇਲਾਸਟਿਕ ਹੋ ਜਾਂਦੀ, ਕਿਉਂਕਿ ਕੀਮਤ ਘਟਣ ਨਾਲ ਉਹਨਾਂ ਦੀ ਆਮਦਨ 'ਤੇ ਕੋਈ ਪ੍ਰਭਾਵ ਨਹੀਂ ਪਏਗਾ। ਕੀਮਤ ਘਟਣ ਜਾਂ ਵਧਣ ਨਾਲ ਲੋਕਾਂ ਰਾਹੀਂ ਕੀਤੀ ਜਾਣ ਵਾਲੀ ਮੰਗ 'ਤੇ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਪਏਗਾ ਜੇ ਆਮਦਨ ਸਾਡੀ ਬਹੁਤ ਜ਼ਿਆਦਾ ਘੱਟ ਜਾਂ ਵੱਧ ਹੋਵੇ। ਹੈਬਿਟਸ ਆਫ ਦੀ ਕੰਜ਼ਿਊਮਰ ਵੀ ਆ ਕਿ ਜੇ ਉਹਨਾਂ ਦੀਆਂ ਹੈਬਿਟਸ ਆ, ਲਾਈਕ ਜੇ ਕਿਸੇ ਨੂੰ ਚਾਹ ਜਾਂ ਪਾਨ ਖਾਣ ਦੀ ਆਦਤ ਆ ਤਾਂ ਉਹਦਾ ਪ੍ਰਾਈਸ ਜੋ ਮਰਜ਼ੀ ਹੋਵੇ ਫਿਰ ਆਪਾਂ ਉਹਨੂੰ ਲੈਂਦੇ ਹਾਂ, ਇਸ ਲਈ ਉਹ ਇਨਇਲਾਸਟਿਕ ਡਿਮਾਂਡ ਹੋਏਗੀ। ਪ੍ਰਪੋਰਸ਼ਨ ਆਫ ਦੀ ਇਨਕਮ ਸਪੈਂਟ ਔਨ ਕਮੋਡਿਟੀ। ਕਿੰਨਾ ਪ੍ਰਪੋਰਸ਼ਨ ਆ ਜਿਹੜਾ ਤੁਸੀਂ ਕਿਸੇ ਚੀਜ਼ ਦੇ ਉੱਤੇ ਖਰਚ ਕਰਦੇ ਹੋ। ਜੇ ਬਹੁਤ ਥੋੜ੍ਹਾ ਖਰਚ ਕਰਦੇ ਹੋ ਦੈਨ ਵੀ ਉਹਦੀ ਜਿਹੜੀ ਡਿਮਾਂਡ ਆ ਉਹ ਇਨਇਲਾਸਟਿਕ ਹੋਏਗੀ। ਉਹਦੀ ਡਿਮਾਂਡ 'ਤੇ ਪ੍ਰਾਈਸ ਦਾ ਬਹੁਤਾ ਇਫੈਕਟ ਨਹੀਂ ਪਏਗਾ। ਪ੍ਰਾਈਸ ਲੈਵਲ। ਜੇ ਕਿਸੇ ਵਸਤੂ ਦੀ ਕੀਮਤ ਬਹੁਤ ਵੱਧ ਹੁੰਦੀ ਆ ਤਾਂ ਉੱਥੇ ਵੀ ਮੰਗ ਇਨਇਲਾਸਟਿਕ ਹੋ ਜਾਂਦੀ, ਜਿਹੜੀ ਪਹਿਲਾਂ ਹੀ ਬਹੁਤ ਵੱਧ, ਹੋਰ ਕਿੰਨੀ ਵੱਧ ਹੋਏਗੀ, ਹੈ ਨਾ। ਉਸ ਤੋਂ ਬਾਅਦ ਟਾਈਮ। ਫਿਰ ਇਹ ਵੀ ਫਰਕ ਪੈਂਦਾ ਕਿ ਕਿਸੇ ਵਸਤੂ ਦੀ ਜਿਹੜੀ ਮੰਗ ਉਹ ਸ਼ਾਰਟ ਪੀਰੀਅਡ ਦੇ ਵਿੱਚ ਇਨਇਲਾਸਟਿਕ ਵੀ ਹੁੰਦੀ ਹੈ ਅਤੇ ਲੌਂਗ ਪੀਰੀਅਡ 'ਚ ਉਹ ਇਲਾਸਟਿਕ ਹੋ ਸਕਦੀ ਹੈ। ਫਿਰ ਇਹ ਵੀ ਹੁੰਦਾ ਕਿ ਕਈ ਵਾਰ ਜੁਆਇੰਟ ਡਿਮਾਂਡ ਹੁੰਦੀ ਹੈ, ਮਤਲਬ ਇੰਕ ਐਂਡ ਪੈਨ ਦੀ ਡਿਮਾਂਡ ਕਰਦੇ ਹਾਂ ਆਪਾਂ, ਪੈਟਰੋਲ ਐਂਡ ਕਾਰ ਦੀ ਇਕੱਠਿਆਂ ਦੀ ਡਿਮਾਂਡ ਹੋਏਗੀ, ਹੈ ਨਾ। ਕੈਮਰਾ ਅਤੇ ਉਹਦੇ ਵਿੱਚ ਜੋ ਵੀ ਆਪਾਂ ਯੂਜ਼ ਕਰਦੇ ਹਾਂ ਮਟੀਰੀਅਲ, ਜਿਹਨੂੰ ਅਸੀਂ ਫਿਲਮ ਕਹਿ ਦਿੰਦੇ ਹਾਂ, ਉਹਦੀ ਡਿਮਾਂਡ ਜਿਹੜੀ ਇਕੱਠਿਆਂ ਦੀ ਹੋਏਗੀ। ਉਸ ਕੇਸ ਦੇ ਵਿੱਚ ਜਿਹੜੀ ਡਿਮਾਂਡ ਆ ਉਹ ਇਨਇਲਾਸਟਿਕ ਹੋ ਜਾਂਦੀ ਹੈ, ਠੀਕ। ਨੈਕਸਟ ਟੌਪਿਕ ਜਿਹੜਾ ਅਸੀਂ ਅੱਜ ਦੇ ਲੈਕਚਰ ਦੇ ਵਿੱਚ ਕਰਨਾ ਉਹ ਹੈਗਾ ਇਨਕਮ ਇਲਾਸਟਿਸਿਟੀ ਆਫ ਡਿਮਾਂਡ, ਕਿਉਂਕਿ ਜਿਹੜਾ ਅਸੀਂ ਹੁਣ ਤੱਕ ਟੌਪਿਕ ਕੀਤਾ ਸੀ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ, ਹੁਣ ਅਸੀਂ ਕਰਨਾ ਇਨਕਮ ਇਲਾਸਟਿਸਿਟੀ ਆਫ ਡਿਮਾਂਡ। ਅਦਰ ਥਿੰਗਸ ਰਿਮੇਨਿੰਗ ਦਾ ਸੇਮ, ਬਾਕੀ ਗੱਲਾਂ ਸੇਮ ਰਹਿਣ 'ਤੇ
ਜਦੋਂ ਕਿਸੇ ਵਸਤੂ ਦੀ ਕੀਮਤ ਵੀ ਸੇਮ ਰਹਿ ਜਾ, ਮੰਨ ਲਓ ਉਹਦੀ ਕੰਜ਼ਿਊਮਰ ਆ ਜਿਹੜਾ, ਜੇ ਉਹਦੀ ਆਮਦਨ ਦੇ ਵਿੱਚ ਚੇਂਜ ਆ ਕੇ ਉਹਦੀ ਡਿਮਾਂਡ ਦੇ ਵਿੱਚ ਚੇਂਜ ਆਉਂਦੀ ਪਈ ਹੈ, ਅਤੇ ਉਹ ਇਲਾਸਟਿਸਿਟੀ ਜਿਹੜੀ ਆ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਦਾ ਕੰਸੈਪਟ ਹੋਏਗਾ। ਜਿਹਦੇ ਵਿੱਚ ਹੁੰਦਾ ਕੀ ਆ ਕਿ ਕਿਸੇ ਕੰਜ਼ਿਊਮਰ ਦੀ ਇਨਕਮ ਦੇ ਵਿੱਚ ਚੇਂਜ ਆਉਣ ਦੇ ਨਾਲ ਜੋ ਪ੍ਰਤੀਸ਼ਤ ਪਰਿਵਰਤਨ ਆਉਂਦਾ ਉਹਦੀ ਮੰਗ ਦੇ ਵਿੱਚ, ਉਸ ਨੂੰ ਤੁਸੀਂ ਆਮਦਨ ਲੋਚ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਕਹਿੰਦੇ ਹੋ। ਲਿਪਸੀ ਨੇ ਕਿਹਾ ਸੀਗਾ ਦ ਰਿਸਪੋਂਸਿਵਨੈਸ ਆਫ ਦੀ ਚੇਂਜ ਇਨ ਡਿਮਾਂਡ ਟੂ ਚੇਂਜ ਇਨ ਇਨਕਮ ਇਜ਼ ਟਰਮਡ ਐਜ਼ ਇਨਕਮ ਇਲਾਸਟਿਸਿਟੀ ਆਫ ਡਿਮਾਂਡ। ਦ ਰਿਸਪੋਂਸਿਵਨੈਸ ਆਫ ਡਿਮਾਂਡ ਟੂ ਚੇਂਜ ਇਨ ਇਨਕਮ ਇਜ਼ ਟਰਮਡ ਐਜ਼ ਇਨਕਮ ਇਲਾਸਟਿਸਿਟੀ ਆਫ ਡਿਮਾਂਡ। ਮੀਨਸ ਤੁਹਾਡੀ ਇਨਕਮ ਦੀ ਚੇਂਜ ਆਉਣ ਦੇ ਕਰਕੇ ਜੋ ਤੁਹਾਡੀ ਡਿਮਾਂਡ ਦੇ ਵਿੱਚ ਚੇਂਜ ਆਏਗੀ, ਉਹ ਤੁਹਾਡੀ ਜਿਹੜੀ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਹੋਏਗੀ। ਔਰ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਦਾ ਜਿਹੜਾ ਫਾਰਮੂਲਾ ਆ, ਇਹਨੂੰ ਤੁਸੀਂ ਇਸ ਤਰ੍ਹਾਂ ਲਿਖਦੇ ਹੋ, ਇਨਕਮ ਇਲਾਸਟਿਸਿਟੀ ਆਫ ਡਿਮਾਂਡ ਨੂੰ ਤੁਸੀਂ ਈ ਵਾਈ ਨਾਲ ਮਤਲਬ ਇਲਾਸਟਿਸਿਟੀ, ਇਨਕਮ ਇਲਾਸਟਿਸਿਟੀ ਕੀ ਹੋਏਗਾ, ਡੈਲਟਾ ਕਿਊ ਮੀਨਸ ਚੇਂਜ ਇਨ ਕੁਆਂਟਿਟੀ ਡਿਊ ਟੂ ਚੇਂਜ ਇਨ ਇਨਕਮ ਇਨਟੂ ਵਾਈ ਓਵਰ ਕਿਊ, ਇਹ ਇਹਦਾ ਜਿਹੜਾ ਫਾਰਮੂਲਾ ਹੋਏਗਾ। ਠੀਕ ਹੈ, ਉਸ ਤੋਂ ਬਾਅਦ ਇਹਦੀਆਂ ਵੀ ਡਿਗਰੀਜ਼ ਹੁੰਦੀਆਂ ਹੈ ਅੱਗੇ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਦੀਆਂ ਵੀ। ਜਿਸ ਤਰ੍ਹਾਂ ਸਾਡੀਆਂ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਦੀਆਂ 5 ਡਿਗਰੀ ਸੀਗੀਆਂ, ਪ੍ਰਾਈਸ ਪਰਫੈਕਟਲੀ ਇਲਾਸਟਿਕ, ਪਰਫੈਕਟਲੀ ਇਨਇਲਾਸਟਿਕ, ਯੂਨਿਟਰੀ ਇਲਾਸਟਿਕ, ਗ੍ਰੇਟਰ ਦੈਨ ਯੂਨਿਟਰੀ ਇਲਾਸਟਿਕ ਅਤੇ ਲੈਸ ਦੈਨ ਯੂਨਿਟਰੀ ਇਲਾਸਟਿਕ। ਇੱਥੇ ਵੀ ਟਾਈਪਸ ਆ, ਇੱਥੇ ਵੀ ਡਿਗਰੀਜ਼ ਆ, 3 ਡਿਗਰੀਜ਼ ਆ। ਪੋਜ਼ੀਟਿਵ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਆ, ਫਿਰ ਇੱਕ ਨੈਗੇਟਿਵ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਅਤੇ ਇੱਕ ਜ਼ੀਰੋ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਆ। ਪਹਿਲਾਂ ਕੇਸ ਆਪਾਂ ਕਰਨਾ ਪੋਜ਼ੀਟਿਵ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਦਾ। ਜਦੋਂ ਕਿਸੇ ਵਸਤੂ ਦੀ ਮੰਗ ਦੀ ਆਮਦਨ ਵਿੱਚ ਲਚਕ ਧਨਾਤਮਕ ਉਸ ਹਾਲਤ ਵਿੱਚ ਉਪਭੋਗਤਾ, ਜਦੋਂ ਕਿਸੇ ਦੀ ਪੋਜ਼ੀਟਿਵ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਹੋਣੀ ਆ, ਕਦੋਂ ਹੋਣੀ ਆ, ਜਦੋਂ ਕੰਜ਼ਿਊਮਰ ਦੀ ਇਨਕਮ ਦੇ ਨਾਲ ਉਹਦੀ ਵਧਣ ਨਾਲ ਉਹਦੀ ਆਮਦਨ ਵੱਧ ਜਾਏ ਅਤੇ ਇਨਕਮ ਘਟਣ ਨਾਲ ਉਹਦੀ ਮੰਗ ਘੱਟ ਜਾਏ। ਜਿੱਦਾਂ ਦੇਖੋ ਇਨਕਮ ਤੁਹਾਡੀ ਜੇ A ਤੋਂ B ਤੱਕ ਵੱਧ ਜਾਏ, ਤੁਹਾਡੀ ਡਿਮਾਂਡ Q ਤੋਂ Q1 ਤੱਕ ਵੱਧ ਜਾਏਗੀ। ਮੀਨਸ ਇੱਕ ਤਰ੍ਹਾਂ ਨਾਲ ਤੁਸੀਂ ਕਹੋ ਡਿਮਾਂਡ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਵੱਧ ਜਾਏਗੀ। ਇਹ ਹੋਏਗੀ ਪੋਜ਼ੀਟਿਵ ਇਨਕਮ ਇਲਾਸਟਿਸਿਟੀ ਆਫ ਡਿਮਾਂਡ। ਨੈਗੇਟਿਵ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਕਦੋਂ ਹੋਏਗੀ, ਜਦੋਂ ਉਪਭੋਗਤਾ ਦੀ ਆਮਦਨ ਵਧਣ ਨਾਲ ਉਸ ਦੀ ਵਸਤੂ ਦੀ ਮੰਗ ਦੇ ਵਿੱਚ ਵਾਧਾ ਨਾ ਹੋਵੇ। ਮਤਲਬ ਉਹਦੀ ਆਮਦਨ ਵਧੀ ਪਰ ਮੰਗ ਨਹੀਂ ਵਧੀ। ਉਹ ਆਮ ਕਰਕੇ ਇਹ ਕੇਸ ਹੁੰਦਾ ਇਨਫੀਰੀਅਰ ਗੁਡਸ ਦਾ ਕੇਸ। ਇਹਨਾਂ ਦੇ ਲਈ ਜਿਹੜੀ ਇਨਕਮ ਇਲਾਸਟਿਸਿਟੀ ਉਹ ਨੈਗੇਟਿਵ ਹੁੰਦੀ ਆ ਕਿ ਕੰਜ਼ਿਊਮਰ ਦੀ ਇਨਕਮ ਵਧਦੀ ਆ ਪਰ ਡਿਮਾਂਡ ਨਹੀਂ ਵਧਦੀ, ਕਿਉਂਕਿ ਜਦੋਂ ਉਹਦੀ ਇਨਕਮ ਵੱਧ ਜਾਂਦੀ ਹੈ ਨਾ, ਦੈਨ ਉਹ ਇਨਫੀਰੀਅਰ ਗੁਡਸ ਤੋਂ ਨਾਰਮਲ ਗੁਡਸ 'ਤੇ ਸ਼ਿਫਟ ਹੋ ਜਾਂਦਾ। ਇਸ ਲਈ ਇਸ ਕੇਸ ਦੇ ਵਿੱਚ ਦੇਖੋ ਹੁਣ ਸਾਡੀ ਇਨਕਮ ਜਦੋਂ 10 ਤੋਂ 20 ਤੱਕ ਸ਼ਿਫਟ ਹੋਈ ਆ, ਸਾਡੀ ਜਿਹੜੀ ਇਨਕਮ ਜਦੋਂ ਵਧੀ ਆ ਤਾਂ ਸਾਡੀ ਜਿਹੜੀ ਡਿਮਾਂਡ ਸੀ ਉਹ 4 ਤੋਂ 2 ਤੱਕ ਪਿੱਛੇ ਆ ਗਈ ਆ। ਇਸ ਲਈ ਨੈਗੇਟਿਵ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਹੋਏਗੀ। ਜ਼ੀਰੋ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਉਹ ਹੋਣੀ ਆ ਜਦੋਂ ਆਮਦਨ ਦੇ ਵਿੱਚ ਜੋ ਮਰਜ਼ੀ ਚੇਂਜ ਆਈ ਜਾਵੇ, ਆਮਦਨ ਵਧੇ ਚਾਹੇ ਘਟੇ, ਉਹਦੇ ਵਿੱਚ ਡਿਮਾਂਡ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦੀ। ਆਮਦਨ ਚਾਹੇ 5 ਰੁਪੀਜ਼ ਆ, ਚਾਹੇ 10 ਰੁਪੀਜ਼ ਆ, ਚਾਹੇ 15 ਰੁਪੀਜ਼ ਆ, ਚਾਹੇ 20 ਰੁਪੀਜ਼ ਆ, ਜਿਹੜੀ ਡਿਮਾਂਡ ਆ ਤੁਹਾਡੀ 4 ਯੂਨਿਟਸ ਹੀ ਹੈਗੀ ਆ। ਇਹ ਤੁਹਾਡੀ ਜ਼ੀਰੋ ਇਨਕਮ ਇਲਾਸਟਿਸਿਟੀ ਆਫ ਡਿਮਾਂਡ ਹੋਏਗੀ। ਇਹਦੇ ਨਾਲ ਇਹ ਕੰਸੈਪਟ ਇੱਥੇ ਕੰਪਲੀਟ ਹੁੰਦਾ। ਨੈਕਸਟ ਟੌਪਿਕ ਆਪਾਂ ਕੱਲ੍ਹ ਦੇ ਲੈਕਚਰ 'ਚ ਕਰਾਂਗੇ। ਥੈਂਕ ਯੂ ਸੋ ਮਚ।